हेलो बेटा, अज असी करना क्रिस्टल फील्ड सप्लिटिंग इन टेट्राहेड्रल कंप्लेक्सेस ऑफ ट्रांजिशन मेटल आयन। क्रिस्टल फील्ड सप्लिटिंग इन TD मैं लिखा तो टेट्राहेड्रल मूलिकन सिंबल बेटा TD टेट्राहेड्रल होंदा टेट्राहेड्रल कंप्लेक्सेस। बट टेट्राहेड्रल कंप्लेक्सेस तो वन थिंग इज़ क्लियर टू अस कि कोऑर्डिनेशन नंबर ऑफ ट्रांजिशन मेटल एटम और आयन इज 4 ठीक है बेटा। ਹੁਣ ਇਸ ਤੋਂ ਪਹਿਲਾਂ ਮੈਂ ਹੋਰ ਕੋਈ ਚੀਜ਼ ਦੀ ਗੱਲ ਕਰਾਂ ਕਿ ਆ ਸਪੋਜ਼ ਟ੍ਰਾਂਜੀਸ਼ਨ ਮੈਟਲ ਆਇਨ ਆ ਹੈ ਨਾ, ਆ ਮੰਨ ਲਓ 4 ਲਾਈਗੈਂਡ ਆ ਟੈਟਰਾहेड्रली ਪ੍ਰੈਜ਼ੈਂਟ, ਤੁਹਾਨੂੰ ਪਤਾ ਅਰੇਂਜਮੈਂਟ ਟੈਟਰਾहेड्रल ਠੀਕ ਆ। ਕੀ ਇਹਦੇ ਕੋਲ ਇੱਕ ਐਕਸਿਸ ਇਹਦੇ ਚੋਂ ਪਾਸ ਕਰੀਏ ਤਾਂ ਇਹ 2 ਇਕੁਅਲ ਹਾਫਸ 'ਚ ਡਿਵਾਈਡ ਹੋ ਜਾਂਦਾ? ਨੋ। ਸੋ ਇਹਦੇ ਕੋਲ ਸੈਂਟਰ ਆਫ ਸਿਮੈਟਰੀ ਨਹੀਂ ਹੈ, ਪਹਿਲਾ ਪੁਆਇੰਟ। ਟੈਟਰਾहेड्रल ਜਿਓਮੈਟਰੀ ਕਿਸੇ ਵੀ ਸਪੀਸੀ ਦੀ ਹੋਏ ਹੈਵਿੰਗ ਨੋ ਸੈਂਟਰ ਆਫ ਸਿਮੈਟਰੀ, ਇਕੁਅਲੀ ਡਿਵਾਈਡ ਨਹੀਂ ਹੁੰਦਾ ਸਿਮੈਟਰੀ ਠੀਕ ਆ। ਜੇ ਸਿਮੈਟਰੀ ਨਹੀਂ ਆ, ਹੈਵਿੰਗ ਨੋ ਸੈਂਟਰ ਆਫ ਸਿਮੈਟਰੀ, ਟੈਟਰਾहेड्रल ਕੰਪਲੈਕਸ ਇਹ ਟੈਟਰਾहेड्रल ਕੰਪਲੈਕਸ ਦੀ ਸਟਰਕਚਰ ਆਪਾਂ ਡਰਾ ਕੀਤੀ ਆ। ਆ ਬੌਂਡ ਆ, ਇਹਨੂੰ ਇੱਦਾਂ ਮਿਲਾ ਵੀ ਦਿੰਦੇ ਹੁੰਦੇ ਆ ठीक है। बॉन्ड आह अरेंजमेंट जी टेट्राहेड्रल है एट एन एंगल ऑफ 109.5 डिग्री। तो बेटा टेट्राहेड्रल ज्योमेट्री कोई भी होए हैविंग नो सेंटर ऑफ सिमैट्री, वो इक्वली डिवाइड नहीं करती, वो कोई इमेजिनरी और रियल प्लेन अगर पास होवे दैट डजंट डिवाइड दैट molecule which having tetrahedral geometry into 2 equal halves, so that doesn't have center of symmetry. So we can't use here term G gerade term, G or Ju term, G gerade and U ungerade ਇਹ ਟਰਮਸ ਅਸੀਂ ਸੈਂਟਰ ਇਹ ਸਿਮੈਟਰੀ ਆਪਰੇਸ਼ਨਸ ਨੇ, ਇਹ ਅਸੀਂ ਅਪਲਾਈ ਨਹੀਂ ਕਰਨੇ, ਨੋਟ ਐਪਲੀਕੇਬਲ ਠੀਕ ਹੈ ਜੀ। ਇਹਦੇ ਵਿੱਚ ਟੈਟਰਾहेड्रल ਕੰਪਲੈਕਸ 'ਚ ਜਦੋਂ ਸਪਲਿਟਿੰਗ ਦੀ ਗੱਲ ਕਰਨੀ ਆ T2 ਐਂਡ E ਸੈਟ ਆਫ ਆਰਬਿਟਲ ਕਹਿਣਾ ਆਪਾਂ, ਨਾ ਕਿ T2G ਐਂਡ EG ਕਲੀਅਰ, ਕਿਉਂਕਿ ਸੈਂਟਰ ਆਫ ਸਿਮੈਟਰੀ ਨਹੀਂ ਹੈ। ਜਦ ਕਿ ਆਕਟਾहेड्रल ਕੰਪਲੈਕਸ ਵਿੱਚ ਜਦੋਂ ਲਾਈਗੈਂਡ ਸਾਰੇ ਸੇਮ ਆ ਤਾਂ ਅਰਾਊਂਡ ਦਾ ਸੈਂਟਰਲ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ, ਤਾਂ ਆਪਾਂ ਕਹਿੰਦੇ ਹਾਂ ਉਹਦੇ ਕੋਲ ਸੈਂਟਰ ਆਫ ਸਿਮੈਟਰੀ ਹੈ, ਤਾਂ ਓਬਵੀਅਸਲੀ ਉਹਨੂੰ ਆਪਾਂ G ਲਿਖਦੇ ਹਾਂ ਜਰੇਡ। ਜਾਂ ਫਿਰ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਪਰਟੀਕੂਲਰ ਰੋਟੇਸ਼ਨ ਜਦੋਂ ਹੁੰਦੀ ਆ ਤਾਂ ਉਹਦੇ ਜਦੋਂ ਰੋਟੇਟ ਕਰਦੇ ਆ ਤਾਂ ਓਬਵੀਅਸਲੀ ਉਹ ਯੂਨੀਫਾਰਮਿਟੀ ਰਹਿੰਦੀ ਆ ਉਸ ਸਿਮੈਟਰੀ ਆਪਰੇਸ਼ਨ ਦੀ। ਜਿੰਨੀ ਵਾਰ ਰੋਟੇਟ ਕਰਦੇ ਆ ਤਾਂ ਓਬਵੀਅਸਲੀ ਫਿਰ ਆਪਾਂ ਕੀ ਕਹਿੰਦੇ ਆ, ਉੱਥੇ ਸਿਮੈਟਰੀ ਹੈ, ਸੈਂਟਰ ਆਫ ਸਿਮੈਟਰੀ ਹੈ। ਜਦੋਂ ਸੈਂਟਰ ਆਫ ਸਿਮੈਟਰੀ ਹੈ ਤਾਂ ਮਤਲਬ ਕਿ ਉਹ ਜਰੇਡ ਹੈ ਨਾ, ਇੱਕ ਜਸਟ ਯਾਦ ਕਰਨ ਦਾ ਢੰਗ। ਸੋ ਮੈਂ ਤੁਹਾਨੂੰ ਕਿਹਾ ਕਿ ਕੋਆਰਡੀਨੇਸ਼ਨ ਨੰਬਰ ਕਿਸੇ ਵੀ ਟੈਟਰਾहेड्रल ਕੋਆਰਡੀਨੇਟ ਕੰਪਲੈਕਸ ਆਫ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ ਇਜ਼ 4। ਤਾਂ ਹੁਣ ਇਹਨੂੰ ਮੰਨ ਲਈਏ ਕਿ ਜਿਹੜੀ ਟੈਟਰਾहेड्रल ਅਰੇਂਜਮੈਂਟ ਆ, ਇਹ ਤਾਂ ਮੈਂ ਤੁਹਾਨੂੰ ਆਮ ਆਪਾਂ +1 +2 ਤੋਂ ਗੱਲ ਕਰਦੇ ਆਏ ਬੇਟਾ, ਇਹਦੀ ਗੱਲ ਕਰ ਲਈ। ਪਰ ਜੇ ਆਪਾਂ ਮੰਨ ਲਈਏ ਕਿ ਦ ਟੈਟਰਾहेड्रल ਬੇਟਾ ਮੈਂ TD ਪਾਉਣਾ ਹੁਣ, TD ਟੈਟਰਾहेड्रल arrangement of the four ligands surrounding a transition metal atom or ion, ਉਹਨੂੰ ਆਪਾਂ ਵਿਜ਼ੂਲਾਈਜ਼ ਕਿੱਦਾਂ ਕਰਨਾ? ਬਾਈ ਪਲੇਸਿੰਗ ਲਾਈਗੈਂਡਸ ਔਨ ਦਾ 4 ਆਫ ਦਾ 8 ਕਾਰਨਰ ਆਫ ਏ ਕਿਊਬ ਦੇ 8 ਕਾਰਨਰ ਹੁੰਦੇ ਆ। ਕਿਊਬ ਦੀ ਸਟਰਕਚਰ ਲੈਣੀ ਆ, ਉਹਦੇ 8 ਕਾਰਨਰ ਹੁੰਦੇ ਆ। 8 ਕਾਰਨਰ ਦੇ ਵਿੱਚੋਂ दो फ्रंट दे हो जाओगे, दो बैक दे हो जाओगे अल्टरनेट, है ना।
ਉਹ 4 ਟੋਟਲ ਕਾਰਨਰ ਆਊਟ ਆਫ 8 ਕਾਰਨਰਸ 4 ਪੋਜੀਸ਼ਨਸ ਜਿਹੜੀਆਂ ਆ ਉਹ ਕਾਰਨਰਸ ਦੀਆਂ ਕਿਊਬ ਦੇ ਉਹ ਕੌਣ ਆਕੂਪਾਈ ਕਰੂਗਾ ਦੀ 4 ਲਾਈਗਨਸ। ਠੀਕ ਹੈ ਜੀ। ਸੋ ਇਹਦੇ ਵਿੱਚ ਸਰਾਊਂਡਿੰਗ ਇਹ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ may be visualized by placing ligands on the 4 out of 8 corners of a cube। so clear है बेटा कि the tetrahedral arrangement of the 4 ligands surrounding a transition metal atom or ion may be visualized by placing ligands on the 4 corners 4 out of the 8 corners of a cube। बेटा ਇਹਨੂੰ ਦੱਸਣ ਦੇ ਲਈ ਇਹਨੂੰ ਪਹਿਲਾਂ ਮੈਂ ਡਰਾ ਕਰਾਂ ਇਸ ਤੋਂ ਪਹਿਲਾਂ the directions axis ਜਿਹੜੇ x axis y axis and z axis the directions x, y and z point to the center of the faces of cube। that is towards the center of the edges of the cube। that is towards the center of the edges of the cube। क्लीयर बेटा हुण इहनूं मैं ड्रॉ करके दिखा देना तुहानूं बेटा क्यूब किद्दां ड्रॉ करना है। बेटा ये क्यूब ਉਹਦੇ ਇੱਕ ਕਾਰਨਰ ਦੂਜਾ ਕਾਰਨਰ ਤੀਜਾ ਕਾਰਨਰ ਚੌਥਾ ਕਾਰਨਰ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ। ਜੇ ਮੰਨ ਲਵਾਂ ਕਿ ਆਹ ਟ੍ਰਾਂਜੀਸ਼ਨ ਮੈਟਲ ਇੱਥੇ ਇੱਕ ਕਾਰਨਰ ਇਹ ਆਕੂਪਾਈ ਕਰ ਰਿਹਾ ਇੱਕ ਇਹਦੇ ਓਪੋਜ਼ਿਟ ਵਾਲਾ ਦੋ ਹੋ ਗਏ ਇੱਕ ਆਹ ਪਿੱਛੇ ਵਾਲਾ ਤਾਂ ਇੱਕ ਆਹ ਇਹਦਾ ਓਪੋਜ਼ਿਟ। ਠੀਕ ਆ ਹੁਣ ਆਪਾਂ ਕਿਹਾ ਕਿ ਜਿਹੜੇ ਐਕਸ ਵਾਈ ਜ਼ੈਡ ਐਕਸਿਸ ਆ ਉਹ ਫੇਸਿਸ ਦੇ ਸੈਂਟਰ ਵਿੱਚੋਂ ਜਿਹੜੇ ਹੈ ਡਾਇਰੈਕਸ਼ਨ ਜਿਹੜੀ ਐਕਸ ਵਾਈ ਜ਼ੈਡ ਐਕਸਿਸ ਦੀ ਪੁਆਇੰਟਿੰਗ ਟੂਵਰਡਸ ਦਾ ਸੈਂਟਰ ਇੱਥੇ ਟ੍ਰਾਂਜੀਸ਼ਨ ਮੈਟਲ ਆਉਣ ਦੀ ਤਰਫ ਪੁਆਇੰਟ ਕਰੋਗੇ ਟੂ ਦਾ ਸੈਂਟਰ ਆਫ ਦਾ ਫੇਸਿਸ ਆਫ ਦਾ ਕਿਊਬ। ਠੀਕ ਆ ਜੀ ਕਲੀਅਰ ਬੇਟਾ ਉਹ ਵੀ ਮੈਂ ਤੁਹਾਨੂੰ ਕਲੀਅਰ ਕਰਦੀ ਹਾਂ ਕਿ ਐਜ ਜਿਹੜੇ ਬੇਟਾ वन एज फेस पता होना चाहिए बेटा ए फेस आ दो फेस हो गए आ ऊपर आ नीचे चार आ फ्रंट पंजवा आ छे फेस हो गए आ छेवां फेस आ पूरा एक फेस पिछला आ सामनला आ इधरली साइड दा आ पूरा फेस इधरला चार हो गए आ उपरला पांच आ पूरा आ पा के छे फेसिस ते एजिज ऑफ द सेंटर ऑफ द एजिज दे विच लाई करोगे। ठीक है एज दीज आर एजिज 1 2 3 4 5 6 7 8 9 10 11 12। ठीक है ਹੁਣ ਇੱਥੇ ਮੈਂ ਹੁਣ ਆ ਟ੍ਰਾਂਜੀਸ਼ਨ ਮੈਟਲ ਆਏ ਨਾ ਅਗਰ ਬੇਟਾ Mn ਪੋਜ਼ਿਟਿਵ ਇਹਨੂੰ ਮੈਂ ਸਰਕਲ ਨਾਲ ਡਰਾ ਕਰ ਲਾਂ ਤਾਂ ਆ ਇੱਥੇ ਇੱਕ ਲਾਈਗਨ ਪਿਆ L ਇੱਕ ਲਾਈਗਨ ਇਹਦਾ ਇੱਥੇ ਪਿਆ ਟੈਟਰਾहेड्रली ਇੱਕ ਇੱਥੇ ਪਿਆ
बॉन्ड सानू बराबर ही आने नज़र, ये 2 डायमेंशनल है, 3 डायमेंशनल नहीं ड्रा कर रहे बेटा। आ बॉन्ड है एग्जैक्ट, एक बॉन्ड, दूजा बॉन्ड, तीजा बॉन्ड बेटा ये नाल एज दे नाल नहीं होना चाहिए, ठीक है। तीजा ओ सॉरी दिस इज चौथा बॉन्ड, 4 बॉन्ड टेट्राहेड्रली प्रेजेंट हो गया। हुण जेड एक्सिस अगर है बेटा, मेरा हुण स्केल है नहीं, तुसीं स्केल नाल ड्रा करना है। आ सीधा जेड एक्सिस हो जाऊगा, एजिस दे विचों सेंटर चों निकलूगा, इदां ही एक्स एक्सिस हो जाऊगा, एक्स एक्सिस हो गया, ये वाई एक्सिस हो गया, सॉरी जेड एक्सिस हो गया, जेड एक्सिस। तो बेटा एक इत्थों पास होना, दिस इज वाई एक्सिस, क्लियर। सो टेट्राहेड्रल फील्ड, ये नीचे लिखना भी है, टेट्राहेड्रल फील्ड ऑफ 4 ligands around the central transition metal atom or ion। इन्ना क्लियर। सो बेटा इत्थे हुण मैं थोड़ा जिहा तुहानूं दिखा देना, देखो इत्थे अरेंजमेंट द्वारा, ठीक है। हुण थानू पता कि जेडे इट इज़ क्लीयर दैट द ऑर्बिटल डी 5 डी ऑर्बिटल होंगे डी एक्स वाई डी वाई डी जेड एक्स, द जेडे 3 डी एक्स ऑर्बिटल आ डी एक्स वाई डी वाई जेड डी जेड एक्स पॉइंट बिटवीन एक्स वाई एक्सिस एंड जेड एक्सिस, एंड दैट इज टूवर्ड्स द सेंटर ऑफ द edges of the cube, whereas the orbital dx square minus y square and dz square point along x, y and z axis, थानू पता already, to the centers of the faces. It is clear that in crystal field none of the d orbital point, पंजा विचों कोई भी ऑर्बिटल जिहड़ा पॉइंट एग्जैक्टली नहीं कर रहा टुवर्ड्स द अप्रोचिंग लाइगेंड, एक पॉइंट in tetrahedral field none of the 5d orbital out of the 5d orbital point exactly towards the ligand approaching ligands, therefore the splitting of the energy will be less than in the octahedral field. Octahedral field च दो ligand ਜਿਹੜੇ ਸੀ they are दो ligand ਜਿਹੜੇ ਆ d orbital ਦੀ तरफ point out ਸੀ, ठीक है जी, नेड़े आंदे आ। so the 3d orbitals dxy dyz and dzx are pointing close to the direction in which the ligands are approaching. so ਇੱਥੇ ਇਸ ਕੇਸ ਵਿੱਚ ਡੀ octahedral field ਦੇ ਨਾਲ octahedral splitting ਦੇ ਨਾਲ octahedral field ਦੇ ਨਾਲੋਂ ਕਿਹੜੇ orbitals ਨੇੜੇ ਜ਼ਿਆਦਾ ਅਪਰੋਚ ਕਰ ਰਿਹਾ, ਕਿਹਦੇ ਨੇੜੇ ਆ dxy dyz dzx ਜਿਹੜੇ ਇਨ ਬਿਟਵੀਨ ਲਾਈ ਕਰਦੇ ਆ xy z ਐਕਸਿਸ ਜਿਨ੍ਹਾਂ ਦੀਆਂ ਲੋਬਸ ਉਹ ਉਹਨਾਂ ਦੀ ਤਰਫ ਅਪਰੋਚ ਕਰਦੇ ਆ, they are ligands are approaching towards the ligands are approaching towards the dxy dyz and dz axis whose lobes lie in between the x, y and z axis, so obviously their repulsion will be more. so repulsion more है तो obviously उन्हों की एनर्जी रिलीज ज़्यादा हो जाएगी जो splitting होएगी degeneracy when the 4 ligands tetrahedrally approach towards the d orbital of the ligand d orbital of the transition metal atom or ion, तो obviously फिर की होगा तो dx square minus dx square y dxy dyz dzx orbitals की एनर्जी जी है। so beta none of the d orbital point of the transition metal atom or ion point exactly towards the ligands, therefore splitting of the energy will be less than that in the octahedral field. दूसरा पॉइंट कि जेडे 3d ऑर्बिटल आ dxy dyz dzx है ना, उन्होंने दी लोब्स बेटा इन बिटवीन लाई कर दियाँ, थानू शेप पता आ इन बिटवीन x एक्सिस y एक्सिस एंड z एक्सिस, तो ओबवियसली वो ज़्यादा उन्होंने तरफ जेडे अप्रोचिंग लाइगेंड आओगे तो ओबवियसली रिपेल ज़्यादा करोगे, क्यों क्योंकि d इलैक्ट्रॉन जेडे आ वो नैगेटिवली चार्ज आ, लाइगेंड भी नैगेटिव चार्ज आ, सेम चार्ज रिपेल करोगे और जो रिपेल करोगे तो ओबवियसली उन्होंने एनर्जी इनक्रीज़ होएगी पोटेंशियल एनर्जी, तो ओबवियसली सप्लिटिंग होएगी। तो ਆਪਾਂ ਹੁਣ T2 ਇਹ T2 ਸੈਟ ਆਫ ਆਰਬਿਟਲ ਹੋ ਜਾਊਗਾ ਨਾਟ T2G, ਠੀਕ ਆ, T2 ਸੈਟ ਆਫ ਆਰਬਿਟਲ ਹੋਏਗਾ ਇਨ ਦਾ ਟੈਟਰਾਹੀਡਰਲ ਫੀਲਡ। ਸੋ ਬੇਟਾ ਇੰਨਾ ਕਲੀਅਰ ਆ। ਤੇ ਜਿਹੜਾ dx square y square dx square
ਮਾਈਨਸ ਵਾਈ ਸਕੇਅਰ ਐਂਡ ਡੀ ਜ਼ੈਡ ਸਕੇਅਰ ऑर्बिटल ਉਹ ਅਲੋਂਗ ਦਾ ਐਕਸਿਸ ਉਹਨਾਂ ਦੀਆਂ ਲੋਬਸ ਲਾਈ ਕਰਦੀਆਂ ਉਹਨਾਂ ਦੀ ਤਰਫ ਜਿਹੜੇ ऑर्बिटल ਦੀ ਤਰਫ ट्रांजिशन मैटल ਦੇ ਐਟਮ ਦੇ ऑर्बिटल ਦੀ ਤਰਫ ਜਿਹੜਾ ਹੈ ਲਾਈਗਨ ਜਿਹੜੇ ਅਲੋਂਗ ਦਾ ਐਕਸਿਸ ਲਾਈ ਕਰ ਰਿਹਾ ਡੀ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਐਂਡ ਡੀ ਜ਼ੈਡ ਸਕੇਅਰ ਉਹਨਾਂ ਦੇ ਨੇੜੇ ਜ਼ਿਆਦਾ ਨਹੀਂ ਆਉਂਦੇ ਅਪਰੋਚ ਨਹੀਂ ਕਰਦੇ ਘੱਟ ਕਰਦੇ ਸੰਬਟ ਘੱਟ ਕਰਦੇ ਆ ਅਪਰੋਚ ਲਾਈਗਨ ਤਾਂ ਓਬਵੀਅਸਲੀ ਰਿਪਲਸ਼ਨ ਸੰਬਟ ਘੱਟ ਹੋਏਗੀ ਜਦੋਂ ਰਿਪਲਸ਼ਨ ਘੱਟ ਹੋਏਗੀ ਤਾਂ ਉਹਨਾਂ ਦੀ એનર્ਜੀ ਉਨੀ ਲੋਅਰ ਹੋ ਜਾਏਗੀ ਤਾਂ ਆਪਾਂ ਉਹਨੂੰ ਕਵਾਂਗੇ ਈ ਸੈਟ ਆਫ ऑर्बिटल ਸੋ ਡਬਲੀ ਡੀਜਨਰੇਟ ਈ ਸੈਟ ਆਫ ऑर्बिटल ਹੋਣਾ ट्रिपली ਡੀਜਨਰੇਟ ਕਿਹੜਾ ਹੋਣਾ T2 ਸੈਟ ਆਫ ऑर्बिटल ਤਿੰਨ ऑर्बिटल डी एक्स वाई डी वाई जेड डी जेड एक्स ਤੇ ਉਹਨਾਂ ਦੀ એનર્ਜੀ ਕਿੰਨੀ ਰੇਜ਼ ਹੋਣੀ ਆ प्लस 4 क्योंकि टोटल 6 इलेक्ट्रॉन आने हैं तीन T2 ऑर्बिटल तो एक +4 एनर्जी रेज होनी है तो लोअर कितनी होनी एनर्जी ई सैट ऑफ ऑर्बिटल दी -6 डी क्यू क्लीयर है बेटा सो इत्थे हुण मैं तुहानूं दोबारा इत्थे दिखा भी दिंदी हाँ कि द 3D ऑर्बिटल डी एक्स वाई डी वाई जेड एंड डी जेड एक्स are pointing close to the direction in which the ligands are approaching while the two orbitals dx square minus y square and dz square are lying in between the ligands. Therefore the energy of the 3D orbitals is raised while the energy of the two orbital will be lowered. Thus in the presence of the tetrahedral crystal field degeneracy of the 5D orbital gets split up in as the two orbital dx square minus y square and dz square become stable and their energy get lowered by 6dq minus 6dq and they are designated as E orbital. Three orbitals dx by d by z dx zx become unstable. Their their energy get raised that is by plus 4dq and these designated as T2 orbitals. Clear है बेटा ਹੁਣ ਇਹਨੂੰ ਡਾਇਗਰਾਮੈਟਿਕਲੀ ਕਿੱਦਾਂ ਸ਼ੋ ਕਰਨਾ ਮੈਂ ਤੁਹਾਨੂੰ ਦਿਖਾਉਣੀ ਆ बेटा आ एनर्जी इधर ਨੂੰ इंक्रीजिंग ऑर्डर ऑफ एनर्जी होना ਆ ਜਿਹੜੇ ਆ ਸਾਨੂੰ ਪਤਾ 5D ऑर्बिटल ਜਿਨ੍ਹਾਂ ਦੀ એનર્ਜੀ ਜਿਹੜੀ ਆ ਡੀ ਜਨਰੇਟ ਆ ਤੁਸੀਂ ਇਹਨੂੰ ਸਰਕਲ ਸਫੈਰੀਕਲ ਸਰਕਲ ਦੇ ਫਾਰਮ 'ਚ ਲਿਖਣਾ ਆ ਤਾਂ ਇਹ 5D ऑर्बिटल ਜਿਹੜੀ ਆ ਡੀ ਜਨਰੇਸੀ ਹੈ 5D ऑर्बिटल ਦੀ ਡੀ ਜਨਰੇਸੀ ਹੈ ਡੀ ਜਨਰੇਸੀ ਡੀ ਜਨਰੇਸੀ ਹੈ ਇੱਥੇ ਰਿਟੇਨ ਆ ਡੀ ਜਨਰੇਸੀ ਆਫ ट्रांजिशन मैटल आयन दी फ्री ट्रांजिशन मैटल आयन दी डी ऑर्बिटल दी डी एक्स वाई डी वाई जेड डी जेड एक्स डी एक्स स्क्वायर माइनस वाई स्क्वायर एंड डी जेड स्क्वायर ठीक है बेटा फिर जो चार लाइगेंड अप्रोच किए तो पहला इक्वली उन्होंने एनर्जी रेज की रिपल्शन इक्वली शो की 5D ऑर्बिटल जो तो सफेरिकल इन सफेरिकल फील्ड इत्थे भी डी जनरेसी रिटेन रही ऑर्बिटल्स ऑफ ट्रांजिशन मेटल आयन इन टेट्राहेड्रल फील्ड इन सफेरिकल टेट्राहेड्रल फील्ड रिटेन्ड रही भाई सो कंपलैक्स बनना शुरू होया रिटेन रही बैरी सेंटर मेनटेन रहना ठीक है उस तो ज़्यादा नेड़े आए तो ये दो सैट ऑफ ऑर्बिटल स्प्लिट कर गया T2 सैट के ई सैट ऑफ ऑर्बिटल लोअर हो जाएगा डबली डी जनरेट ई सैट ऑफ ऑर्बिटल जोड़ा की होएगा डी एक्स स्क्वायर माइनस वाई स्क्वायर एंड डी जेड स्क्वायर क्योंकि उन्होंने लॉब्स अलॉन्ग द एक्सिस लाई कर दियाँ उन्होंने तरफ अप्रोच नहीं कर रहे इन्ने ऑर्बिटल आई मीन टू से लाइगन्स ऑफ द ऑर्बिटल है ना तो इत्थे एनर्जी T2 सैट ऑफ ऑर्बिटल की वध गई क्यों जी नहीं लाना क्योंकि ये को सेंटर ऑफ सिमेट्री नहीं टेट्राहेड्रल फील्ड विच ठीक है इन्हां दी एनर्जी कितनी रेज हुई प्लस 4dq कि 6 प्लस 4 तो प्लस 4 इन दोबारा लिख देनी है प्लस 4dq तो लोअर कितनी हुई माइनस 6dq सो बेटा ए ऑर्बिटल डी एक्स स्क्वायर माइनस वाई स्क्वायर एंड डी जेड स्क्वायर है ई सैट ऑफ डबली डी जनरेट तो जोड़ा ये डी एक्स वाई डी वाई
Z ਤੇ ਆ D ZX ऑर्बिटल, ਇਹਨਾਂ ਦੀ એનર્ਜੀ ਰੇਜ਼ ਹੋਈ ਬਾय +4dq। ਕਲੀਅਰ ਬੇਟਾ। ਇੱਦਾਂ ਇਹ ਡਾਇਆਗ੍ਰਾਮ ਡਰਾ ਕਰਨਾ ਆ ਜਾਂਦਾ ਹੈ ਕਿ ਡਰਾ ਦ ਕ੍ਰਿਸਟਲ ਫੀਲਡ ਸਪਲਿਟਿੰਗ ਆਫ ਕੋਈ ਵੀ ਕੰਪਲੈਕਸ ਦੇ ਦੋਗੇ। ਹੁਣ ਇਹਨਾਂ ਤੇ ਬੇਸਡ ਆਪਾਂ ਕਰਨਾ ਹੈ ਬਾਅਦ ਵਿੱਚ ਕ੍ਰਿਸਟਲ ਫੀਲਡ ਸਟੇਬਲਾਈਜੇਸ਼ਨ એનર્ਜੀ ਦੀ ਵੈਲਿਊ ਗੱਲ ਕਰਨੀ ਆ। ਸੋ ਓਬਵੀਅਸਲੀ ਇਹਨਾਂ ਦਾ ਵਿਚਲਾ એનર્ਜੀ ਡਿਫਰੈਂਸ ਬਿਟਵੀਨ ਦਾ T2 ਐਂਡ E ਸੈਟ ਆਫ ऑर्बिटल इज डेल्टा T हो गया। ਹੁਣ crystal field splitting in tetrahedral field, that is again by definition is equal to 10dq। ठीक है जी। magnitude of crystal field splitting is the difference between E and T2 set of orbital, E and T2 set of orbitals, and is designated by the as delta T, where subscript T stands for tetrahedral complexes, and it is equal to 10dq। Now if we compare the magnitude of crystal field splitting in octahedral and tetrahedral complexes having same transition metal ion, same ligand and metal ligand distance, metal ion and ligand distance भी same ਆ। ਜੇ ਅਸੀਂ ਕੰਪੇਅਰ ਕਰੀਏ ਮੈਗਨੀਟਿਊਡ ਆਫ ਕ੍ਰਿਸਟਲ ਫੀਲਡ ਸਪਲਿਟਿੰਗ ਇਨ octahedral field and tetrahedral field, ਜਿੱਥੇ ਟ੍ਰਾਂਜੀਸ਼ਨ ਮੈਟਲ ਐਟਮ ਵੀ ਸੇਮ ਆ, ਟ੍ਰਾਂਜੀਸ਼ਨ ਮੈਟਲ ਦੀ ਆਕਸੀਡੇਸ਼ਨ ਸਟੇਟ ਵੀ ਸੇਮ ਆ, ਲਾਈਗੈਂਡ ਵੀ ਸੇਮ ਆ, ਬਟ ਉਹਨਾਂ ਦਾ ਕੋਆਰਡੀਨੇਸ਼ਨ ਨੰਬਰ ਡਿਫਰੈਂਟ ਹੋਏਗਾ। ਮੈਟਲ ਆਇਨ ਲਾਈਗੈਂਡ ਬੌਂਡ ਵੀ ਸੇਮ ਆ। ਇਟ ਹੈਜ਼ ਬੀਨ observed that crystal field splitting in tetrahedral complexes is considerably less than the octahedral complexes। क्रिस्टल फील्ड टेट्राहेड्रल क्रिस्टल फील्ड लैस होनी है दैन ऑक्टाहेड्रल फील्ड। माइंड च रख लेना कितनी लैस होती है। टेट्राहेड्रल क्रिस्टल फील्ड इज इक्वल टू 4/9 टाइम्स ऑफ ऑक्टाहेड्रल क्रिस्टल फील्ड सप्लिटिंग। सो रीज़न की है फॉर द स्मॉलर वैल्यू ऑफ क्रिस्टल फील्ड सप्लिटिंग इन टेट्राहेड्रल complexes दैन दैट इन द ऑक्टाहेड्रल फील्ड complexes। दो मेन रीज़न है कि एक तो 4 लाइगेंड है in tetrahedral complexes, there are 4 ligands, mean coordination number of transition metal ion is 4, and while there are 6 ligands in the octahedral complexes, means there the coordination number of the transition metal ion is 6। therefore lesser the ligands, क्योंकि tetrahedral च lesser ligands are, they will produce less crystal field splitting of the d orbital। so crystal field splitting is in tetrahedral is about 2/3 of the octahedral field। in tetrahedral field none of the orbital is pointing directly towards the approaching ligand, none of the orbital is pointing directly towards the ligand, and therefore their splitting is less than the octahedral field। clear है बेटा। ਇਹਦੇ ਨਾਲ ਇਹ टॉपिक खत्म।